ਆਵੇਗਾ ਇਹ ਕਿਵੇਂ ਕਾਰਜ ਚੱਲਣਗੇ। ਜੇ ਧਨ ਨਹੀਂ ਆਉਂਦਾ ਹੈ ਤੇ ਕਾਰਜ ਕਿਵੇਂ ਹੋਵੇਗਾ, ਇਹ ਆਪ ਜੀ ਦੱਸਣਾ ਕਰੋ। ਸਗਰੇ ਬਰਜ ਮਸੰਦ ਹਟਾਏ। ਆਪ ਜੀਆਂ ਨੇ ਸਾਰੇ ਜਿਹੜੇ ਮਸੰਦ ਹਨ ਉਹ ਰੋਕ ਦਿੱਤੇ ਨੇ ਵੀ ਇਹ ਜੋ ਮਸੰਦ ਹਨ ਕਿਸੇ ਤਰ੍ਹਾਂ ਦਾ ਕੋਈ ਕਾਰਜ ਨਹੀਂ ਕਰਦੇ ਹਨ। ਪੱਖ ਕੀ ਬਾਤ ਮਾਤ ਤੇ ਸੁਣੀ। ਸਤਿਗੁਰੂ ਜੀਆਂ ਨੇ ਉਸ ਵੇਲੇ ਪੱਖ ਦੀਆਂ ਜਿਹੜੀਆਂ ਗੱਲਾਂ ਹਨ ਇਹ ਸੁਣੀਆਂ ਮਾਤਾ ਜੀ ਦੀਆਂ। ਮਾਤਾ ਸਾਹਿਬ ਮਾਤਾ ਗੁਜਰੀ ਜੀ ਜਦੋਂ ਸਾਰਾ ਬਚਨ ਕੀਤਾ ਨਾ ਵੀ ਇਹਨਾਂ ਮਸੰਦਾਂ ਦੇ ਕਾਰਜ ਕਿਵੇਂ, ਇਹਨਾਂ ਬਿਨਾਂ ਕੰਮ ਕਿਵੇਂ ਚੱਲੇਗਾ, ਸਤਿਗੁਰੂ ਸੁਣਦੇ ਪਏ ਵੀ ਇਹ ਪੱਖਵਾਦ ਦਾ ਬਚਨ ਹੈ। ਸਾਰੀ ਗੱਲ ਸੁਣ ਕੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਗੁਰ ਕੇ ਹਿਰਦੇ ਭਈ ਰਿਸ ਘਨੀ। ਉਸ ਵੇਲੇ ਮਹਾਰਾਜ ਜੀ ਥੋੜ੍ਹਾ ਬੀਤਦਾਸ ਦੇ ਵਿੱਚ ਆਏ ਤੇ ਬੀਤਦਾਸ ਦੇ ਵਿੱਚ ਆ ਕੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤੇ ਹਨ। ਨਹਿ ਲੰਗਰ ਸਿੱਖਨ ਤਿਸ ਮਾਹੀ। ਸੋ ਪੂਰਬ 2 ਲੱਖ ਲੈ ਦਰਬਾ ਧਰਿਓ ਛਿਪਾਏ ਖਜ਼ਾਨੇ ਸਰਬਾ ਨਹਿ ਲੰਗਰ ਸਿੱਖਣ ਮੈਂ ਤਿਸ ਮਾਹੀ। ਸੋ ਸਤਿਗੁਰੂ ਕਹਿਣ ਲੱਗੇ ਵੀ ਬੇਅੰਤ ਜਿਹੜੀ ਮਾਇਆ ਹੈ ਉਹ ਗੁਰੂ ਘਰ ਦੇ ਕਾਰਜਾਂ ਵਾਸਤੇ ਆਉਂਦੀ ਹੈ। ਭਲੇ ਸੰਭਾਲ ਰੱਖੀ ਹੈ ਤਾਹੀ। ਜਿਹੜੀ ਮਾਇਆ ਆ ਰਹੀ ਹੈ ਮਸੰਦਾਂ ਦੀ ਲੋੜ ਨਹੀਂ ਮਾਤਾ ਜੀ, ਜਿੰਨੀ ਮਾਇਆ ਆ ਰਹੀ ਹੈ ਇਹਨੂੰ ਸੰਭਾਲ ਕੇ ਸਿੱਖਾਂ ਵਿੱਚ ਸੰਗਤਾਂ ਵਿੱਚ ਵਰਤਣਾ ਕਰੋ। ਜੋ ਸ਼ਤਰੂ ਹੈ ਤੁਰਕ ਹਮਾਰੇ। ਇਹ ਜਿਹੜੇ ਸ਼ਤਰੂ ਹਨ ਦੁਸ਼ਮਣ ਸਾਡੇ ਮੁਗਲ ਜਿਨ੍ਹਾਂ ਦੇ ਨਾਲ ਸਾਡਾ ਹਰ ਵੇਲੇ ਜੰਗ ਹੁੰਦਾ ਹੈ, ਭਾਗ ਤਿਨੋਂ ਕੋ ਤਾਹੇ ਮਝਾਰੇ। ਇਹ ਉਹਨਾਂ ਨੇ ਵੀ ਵਿੱਚੋਂ ਮਾਇਆ ਲੈ ਜਾਣੀ ਹੈ। ਸਤਿਗੁਰੂ ਮੌਜ ਦੇ ਮਾਲਕ ਨੇ ਜਿਹੜਾ ਬਚਨ ਮਹਾਰਾਜ ਕਹਿਣਾ ਚਾਹੁੰਦੇ ਉਹ ਕਹਿ ਦਿੰਦੇ। ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਰੱਖਿਆ ਨਾ ਘਰ ਦੇ ਵਿੱਚ ਤੇ ਬੜੀਆਂ ਸੋਹਣੀਆਂ ਮਠਿਆਈਆਂ ਬਣਵਾਈਆਂ। ਉਸ ਵੇਲੇ ਇਹਨੇ ਚਿਰ ਨੂੰ ਮਹਾਰਾਜ ਜੀਆਂ ਦੀ ਸੰਗਤ ਆ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੀ ਸੰਗਤ ਦੂਰੋਂ ਚੱਲ ਕੇ ਆਈ ਹੈ। ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਸੰਗਤ ਆਈ ਹੈ, ਭੁੱਖ ਲੱਗੀ ਹੈ, ਲੰਗਰ ਵਿੱਚ ਵੇਖੋ ਪ੍ਰਸ਼ਾਦਾ ਪਾਣੀ ਤਿਆਰ ਹੈ ਤੇ ਛਕਾਓ। ਮਹਾਰਾਜ ਸਾਹਿਬ ਜੀਆਂ ਦਾ ਬਚਨ ਸੁਣ ਕੇ ਜਦੋਂ ਲੰਗਰ ਵਿੱਚ ਪਤਾ ਕੀਤਾ, ਕਹਿਣ ਲੱਗੇ ਵੀ ਲੰਗਰ ਤੇ ਤਿਆਰ ਨਹੀਂ, ਲੰਗਰ ਤਿਆਰ ਕਰ ਦਿੰਦੇ ਹਾਂ। ਸਤਿਗੁਰਾਂ ਨੇ ਜਾਣਿਆ ਵੀ ਲੰਗਰ ਤਿਆਰ ਕਰਦਿਆਂ 2-3 ਘੰਟੇ ਲੱਗ ਜਾਣਗੇ, ਸੰਗਤ ਨੂੰ ਭੁੱਖ ਲੱਗੀ ਹੈ। ਦੂਜਾ ਬਚਨ ਮਹਾਰਾਜ ਨੇ ਕੀਤਾ, ਸਾਡੇ ਘਰ ਵਿੱਚ ਮਠਿਆਈ ਬਣੀ ਹੋਈ ਹੈ ਵਿਆਹ ਦੇ ਸਮਾਗਮਾਂ ਵਾਸਤੇ, ਉਹ ਮਠਿਆਈ ਲੈ ਆਓ ਆਪਾਂ ਸੰਗਤ ਨੂੰ ਵਰਤਾ ਦੇਈਏ। ਜਦੋਂ ਸਿੱਖ ਮਠਿਆਈ ਲੈਣ ਵਾਸਤੇ ਗਏ ਤੇ ਮਾਤਾ ਜੀ ਨੇ ਅੱਗੋਂ ਨਾ ਕਰ ਦਿੱਤੀ, ਕਹਿਣ ਲੱਗੇ ਨਹੀਂ ਇਹ ਸ਼ਗਨਾਂ ਦੀ ਮਠਿਆਈ ਬਣਾਈ ਹੈ, ਇਹ ਬਰਾਤੀਆਂ ਵਾਸਤੇ ਹੈ, ਇਹ ਮਠਿਆਈ ਸੰਗਤ ਨੂੰ ਨਹੀਂ ਵਰਤਾਈ ਜਾ ਸਕਦੀ। ਵਿਆਹ ਦੇ ਦਿਨ ਨੇੜੇ ਆ ਗਏ ਨੇ, ਬਰਾਤੀਆਂ ਨੂੰ ਕੀ ਖਵਾਵਾਂਗੇ। ਸਤਿਗੁਰਾਂ ਦੇ ਕੋਲ ਸਿੱਖਾਂ ਨੇ ਆ ਕੇ ਦੱਸਿਆ ਜੀ ਮਾਤਾ ਜੀ ਇਹ ਗੱਲ ਕਰਦੇ ਪਏ। ਸਤਿਗੁਰਾਂ ਨੇ ਦੂਜੀ ਵਾਰੀ ਫਿਰ ਸੁਨੇਹਾ ਭੇਜਿਆ, ਕਹਿਣ ਲੱਗੇ ਕੋਈ ਗੱਲ ਨਹੀਂ ਮਠਿਆਈ ਹੋਰ ਤਿਆਰ ਕਰ ਲਵਾਂਗੇ, ਪਰ ਸੰਗਤ ਦੀ ਸੇਵਾ ਜ਼ਰੂਰੀ ਹੈ, ਸੰਗਤ ਨੂੰ ਭੁੱਖ ਲੱਗੀ ਹੈ, ਜੋ ਕੁਝ ਬਣਿਆ ਹੈ ਮਠਿਆਈਆਂ ਦੇ ਅੰਦਰ ਸਭ ਕੁਝ ਪਹੁੰਚਾਇਆ ਜਾਵੇ। ਦੂਜੀ ਵਾਰੀ ਫਿਰ ਸੁਨੇਹਾ ਗਿਆ, ਮਾਤਾ ਜੀ ਨੇ ਫਿਰ ਨਾ ਕਰ ਦਿੱਤੀ, ਕਹਿਣ ਲੱਗੇ ਨਹੀਂ ਇਹ ਮਠਿਆਈ ਇੰਨੀ ਛੇਤੀ ਹੋਰ ਬਣ ਨਹੀਂ ਸਕਦੀ ਹੈ ਤੇ ਅਸੀਂ ਬਰਾਤੀਆਂ ਨੂੰ ਜਿਹੜੇ ਨਵੇਂ ਅੱਗੇ ਕੁੜਮ ਬਣਨੇ ਰਿਸ਼ਤੇਦਾਰ ਬਣਨੇ ਉਹਨਾਂ ਦੇ ਅੱਗੇ ਅਸੀਂ ਲੱਜਤ ਹੋ ਜਾਵਾਂਗੇ, ਸਾਡੀ ਧੀ ਨੂੰ ਸਾਰੀ ਉਮਰ ਗੱਲਾਂ ਸੁਣਨੀਆਂ ਪੈਣਗੀਆਂ ਵੀ ਬਰਾਤੀਆਂ ਨੂੰ ਸੇਵਾ ਮਠਿਆਈ ਦੇ ਰੂਪ ਦੇ ਵਿੱਚ ਨਹੀਂ ਹੋਈ ਹੈ, ਇਸ ਕਰਕੇ ਇਹ ਮਠਿਆਈ ਅਸੀਂ ਦੇਣੀ ਨਹੀਂ ਹੈ। ਜਦੋਂ ਦੂਜੀ ਵਾਰੀ ਸੇਵਾਦਾਰ ਮੁੜ ਕੇ ਵਾਪਸ ਗਿਆ, ਸਤਿਗੁਰੂ ਮਾਤਾ ਜੀ ਕਹਿ ਰਹੇ ਨੇ ਕਿ ਬਰਾਤੀਆਂ ਵਾਸਤੇ ਮਠਿਆਈ ਹੈ, ਇਹ ਸੰਗਤ ਨੂੰ ਨਹੀਂ ਦਿੱਤੀ ਜਾ ਸਕਦੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮੁਖੋਂ ਬਚਨ ਨਿਕਲਿਆ, ਕਹਿਣ ਲੱਗੇ ਫਿਰ ਇਸ ਮਠਿਆਈ ਨੂੰ ਇਹ ਜੋ ਬਰਾਤੀਏ ਹਨ ਉਹ ਵੀ ਨਹੀਂ ਖਾਣਗੇ, ਇਸ ਮਠਿਆਈ ਨੂੰ ਤੇ ਫਿਰ ਮੁਗਲ ਹੀ ਖਾ ਜਾਣਗੇ, ਐਸਾ ਉਪਦਰਵ ਹੋਵੇਗਾ। ਜਦੋਂ ਇਹ ਬਚਨ ਮਹਾਰਾਜ ਸਾਹਿਬ ਜੀ ਨੇ ਆਖਿਆ, ਉਸ ਵੇਲੇ ਕਹਿਣ ਲੱਗੇ ਵੀ ਮਾਤਾ ਜੀ ਨੇ ਬੜੀ ਚਿੰਤਾ ਕੀਤੀ ਵੀ ਇਹ ਐਸਾ ਕਰੜਾ ਬਚਨ ਸਤਿਗੁਰਾਂ ਨੇ ਕਿਉਂ ਆਖਿਆ ਹੈ। ਸਤਿਗੁਰੂ ਕਹਿਣ ਲੱਗੇ ਭਾਈ ਹੁਣ ਤੇ ਬਚਨ ਮੁਖੋਂ ਨਿਕਲ ਗਿਆ ਹੈ, ਹੁਣ ਤੇ ਇਸੇ ਤਰ੍ਹਾਂ ਹੀ ਹੋਵੇਗਾ। ਸੋ ਗੁਰਮੁਖੋ ਬੀਬੀ ਵੀਰੋ ਜੀ ਦੇ ਵਿਆਹ ਦੇ ਵਿੱਚ ਬੜਾ ਭਿਆਨਕ ਫਿਰ ਜੰਗ ਹੋਇਆ ਤੇ ਜੰਗ ਦੇ ਵਿੱਚ ਫਿਰ ਸਤਿਗੁਰਾਂ ਨੂੰ ਅੰਮ੍ਰਿਤਸਰ ਦਾ ਸ਼ਹਿਰ ਛੱਡਣਾ ਪਿਆ। ਝਬਾਲ ਜਾ ਕੇ ਮਹਾਰਾਜ ਜੀਆਂ ਨੇ ਫਿਰ ਲਾਵਾਂ ਫੇਰੇ ਦੀ ਜਿਹੜੀ ਮਰਿਆਦਾ ਸੀ ਉਹ ਪੂਰੀ ਕੀਤੀ। ਇੱਥੇ ਬਚਨ ਆ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿ ਰਹੇ ਨੇ, ਕਹਿਣ ਲੱਗੇ ਤੁਸੀਂ ਮਾਇਆ ਦੀ ਗੱਲ ਕਰਦੇ ਹੋ ਵੀ ਗੁਰੂ ਘਰੇ ਮਾਇਆ ਦਾ ਘਾਟਾ ਪੈ ਜਾਵੇਗਾ, ਨਹੀਂ ਮਾਇਆ ਦਾ ਘਾਟਾ ਨਹੀਂ ਪਵੇਗਾ।
ਜਿੰਨੀ ਮਾਇਆ ਆਉਂਦੀ ਹੈ ਇਹਨੂੰ ਸਾਂਭ ਕੇ ਸਾਰਿਆਂ ਵਿੱਚ ਵਰਤੋ, ਜਿੱਥੇ ਜਿੱਥੇ ਲੋੜ ਹੈ ਉੱਥੇ ਵਰਤੀ ਚੱਲੋ, ਬਹੁਤੀ ਇਕੱਠੀ ਨਹੀਂ ਕਰਨੀ ਹੈ। ਤੇ ਦੂਜਾ ਬਚਨ ਮੁਖੋਂ ਇਹ ਆਖਿਆ, ਕਹਿਣ ਲੱਗੇ ਇਸ ਮਾਇਆ ਨੂੰ ਵੀ ਮੁਗਲਾਂ ਨੇ ਲੁੱਟ ਕੇ ਲੈ ਜਾਣਾ ਹੈ। ਇਹ ਦੂਜਾ ਬਚਨ ਮਹਾਰਾਜ ਜੀਆਂ ਦਾ। ਸੋ ਇਹ ਆਉਣ ਵਾਲੇ ਸਮੇਂ ਦੇ ਵੱਲ ਇਸ਼ਾਰਾ ਹੈ। ਮਹਾਰਾਜ ਜੀ ਇਸ ਤਰ੍ਹਾਂ ਬਚਨ ਕਰਦੇ ਹਨ। ਸਿੱਖੀ ਭਿਖੀ ਭੱਲੇ ਸਭ ਭਾਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸਾਂ ਨੇ ਸਿੱਖੀ ਵੇਖੀ ਹੈ, ਉਹ ਸਾਰੇ ਸਾਨੂੰ ਭਲੇ ਭਾਵਦੇ ਹਨ। ਸਿੱਖੀ ਨੂੰ ਅਸੀਂ ਪਰਖਿਆ ਹੈ। ਜਿਹੜੇ ਸਿੱਖੀ ਦੇ ਵਿੱਚ ਤਤਪਰ ਨੇ ਉਹ ਭਲੇ ਹਨ, ਉਹ ਚੰਗੇ ਹਨ ਅਤੇ ਉਹ ਸਾਨੂੰ ਪਾਉਂਦੇ ਹਨ। ਸਿੱਖੋ ਲੂਟ ਕੂਟ ਤੁਮ ਖਾਵੋ। ਤੇ ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਮੇਰਾ ਖਾਲਸਾ ਤੇ ਲੁੱਟ ਕੁੱਟ ਕਰਕੇ ਹੁਣ ਛਕਿਆ ਕਰੇਗਾ। ਇਹ ਸਾਡਾ ਹੁਕਮ ਹੈ ਕਿ ਮੇਰਾ ਖਾਲਸਾ ਹਰ ਵੇਲੇ ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਨਿਤ ਕਰੈ ਜੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਇਹ ਬਚਨ ਮਹਾਰਾਜ ਦੀਆਂ ਨੇ ਕਿ ਇਹ ਸਾਡਾ ਖਾਲਸਾ ਹਰ ਵੇਲੇ ਜੰਗ ਯੁੱਧ ਵਾਸਤੇ ਤਿਆਰ ਹੈ ਤੇ ਫਿਰ ਦੁਸ਼ਟਾਂ ਨੂੰ ਸੋਧਿਆ ਕਰੇਗਾ, ਉਹਨਾਂ ਨੂੰ ਲੁੱਟਿਆ ਕਰੇਗਾ। ਐਸਾ ਸਾਡਾ ਖਾਲਸਾ ਹੈ। ਖਾਸ ਸਤਿਗੁਰ ਕੋ ਪਰਿਵਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਦਾ ਪਰਿਵਾਰ ਜਿਹੜਾ ਹੈ ਕਿਸੇ ਸਮੇਂ ਹੋ ਸਕਦਾ ਭੁੱਖ ਦੇ ਦਿਨ ਵੀ ਕੱਟਣੇ ਪੈਣ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਆਖੇ। ਗੁਰਮੁਖੋ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੈ ਤੇ ਘੇਰੇ ਦੇ ਅੰਦਰ ਕਈ ਮਹੀਨੇ ਮਹਾਰਾਜ ਸਾਹਿਬ ਜੀ ਪਰਿਵਾਰ ਦੇ ਸਮੇਤ ਸਿੱਖਾਂ ਦੇ ਸਮੇਤ ਬੈਠੇ। ਉਹ ਬਚਨ ਮਹਾਰਾਜ ਜੀਆਂ ਨੇ ਜਿਹੜੇ ਜਿਹੜੇ ਕਹੇ ਉਹ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੂਰੇ ਹੋਏ ਹਨ। ਜਿਤ ਕਿਤ ਤੇ ਕਰ ਲਿਓ ਆਹਾਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਤ ਕਿਤ ਜਿੱਧਰੋਂ ਕਿਧਰੋਂ ਵੀ ਭੋਜਨ ਮਿਲਦਾ ਹੈ, ਇਹ ਪਰਿਵਾਰ ਵੀ ਭੁੱਖਾ ਰਹੇਗਾ। ਸਾਡੇ ਕੁਝ ਸਿੱਖ ਵੀ ਭਾਵਨਾ ਵਾਲੇ ਭੁੱਖੇ ਰਹਿਣਗੇ। ਇਸ ਅਨੰਦਪੁਰ ਸਾਹਿਬ ਨੂੰ ਮੁਗਲਾਂ ਨੇ ਲੁੱਟਣਾ ਹੈ। ਇਹ ਬਚਨ ਮਹਾਰਾਜ ਜੀਆਂ ਨੇ ਆਖੇ ਹਨ। ਸੁਨ ਕਰ ਡਰ ਉਰ ਸਿੰਘਨ ਧਾਰਾ। ਜਦੋਂ ਮਹਾਰਾਜ ਜੀਆਂ ਨੇ ਬਚਨ ਆਖੇ, ਕੁਝ ਸਿੱਖ ਬਚਨ ਸੁਣ ਕੇ ਡਰ ਗਏ ਮਨ ਦੇ ਵਿੱਚ ਵੀ ਮਹਾਰਾਜ ਨੇ ਐਸਾ ਕਰੜਾ ਬਚਨ ਕਿਉਂ ਆਖਿਆ ਹੈ। ਕੁਝ ਸਿੱਖ ਮਨ ਦੇ ਵਿੱਚ ਬਹੁਤ ਜ਼ਿਆਦਾ ਡਰੇ ਹਨ। ਹਾਥ ਜੋਰ ਕਰ ਬਿਨੈ ਉਚਾਰਾ। ਹੱਥ ਜੋੜ ਕੇ ਫਿਰ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਬੇਨਤੀ ਕਰਦੇ ਪਏ, ਸਤਿਗੁਰੂ ਸਾਡੀ ਬੇਨਤੀ ਹੈ ਕਿ ਇਹ ਬੇਨਤੀ ਨੂੰ ਸੁਣਨਾ ਕਰੋ। ਰਾਵਰ ਵਾਕ ਰਾਮ ਕੇ ਬਾਨਾ। ਸਤਿਗੁਰੂ ਤੁਹਾਡੇ ਜਿਹੜੇ ਬਚਨ ਮੁਖੋਂ ਹੋਏ ਨੇ ਇਹ ਖਾਲੀ ਨਹੀਂ ਜਾਣਗੇ। ਬਚਨ ਇਹ ਹੈ ਨਾ ਵੀ ਸਾਡੇ ਸਿੱਖਾਂ ਨੂੰ ਕੁਝ ਸਮਾਂ ਭੁੱਖ ਦਾ ਕੱਟਣਾ ਪਵੇਗਾ, ਪਰਿਵਾਰ ਨੂੰ ਵੀ ਭੁੱਖ ਦਾ ਸਮਾਂ ਕੱਟਣਾ ਪਵੇਗਾ। ਅਨੰਦਪੁਰ ਸਾਹਿਬ ਨੂੰ ਮੁਗਲਾਂ ਦੇ ਦੁਆਰਾ ਲੁੱਟਿਆ ਜਾਣਾ ਹੈ। ਇਹ ਬਚਨ ਜਦੋਂ ਨਿਕਲੇ ਤੇ ਸਿੱਖਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਤੁਹਾਡੇ ਮੁਖ ਦਾ ਨਿਕਲਿਆ ਬਚਨ ਖਾਲੀ ਨਹੀਂ ਜਾਣ ਵਾਲਾ ਹੈ, ਇਹ ਬਚਨ ਪੂਰੇ ਹੋਣੇ ਹਨ। ਨਿਸ਼ਫਲ ਹੋਤ ਨਹੀਂ ਸਭ ਜਾਣਾ। ਮਹਾਰਾਜ ਸਾਰੇ ਜਾਣਦੇ ਨੇ ਵੀ ਤੁਹਾਡਾ ਬਚਨ ਮੁਖੋਂ ਨਿਕਲਿਆ ਇਹ ਖਾਲੀ ਨਹੀਂ ਜਾਣਾ, ਇਹ ਜ਼ਰੂਰ ਬਾਰ ਜ਼ਰੂਰ ਪੂਰਾ ਹੋਣਾ ਹੈ। ਮਹਾਰਾਜ ਸਾਹਿਬ ਜੀ ਇਹ ਸਾਰੇ ਜਾਣਦੇ ਹਨ। ਕਿਰਪਾ ਕਰੋ ਸਭ ਕੋ ਰਖ ਲੀਜੈ। ਸਤਿਗੁਰੂ ਕਿਰਪਾ ਕਰੋ, ਕਿਰਪਾ ਕਰੋ। ਇਹਨਾਂ ਬਚਨਾਂ ਨੂੰ ਮਹਾਰਾਜ ਵਾਪਸ ਲੈ ਲਵੋ, ਸਾਰਿਆਂ ਨੂੰ ਰੱਖ ਲਓ ਮਹਾਰਾਜ ਸਾਹਿਬ ਕਿਰਪਾ ਕਰਕੇ। ਪਾਤਸ਼ਾਹ ਜੀ ਕਿਰਪਾ ਕਰੋ ਸਭ ਕੋ ਰੱਖ ਲੀਜੈ। ਮਹਾਰਾਜ ਇਹ ਬਚਨ ਵਾਪਸ ਲੈ ਕੇ ਪਰਿਵਾਰ ਨੂੰ ਵੀ ਰੱਖ ਲੈਣਾ ਕਰੋ। ਇਹ ਬਚਨ ਵਾਪਸ ਲੈ ਕੇ ਸਿੱਖਾਂ ਨੂੰ ਵੀ ਰੱਖ ਲੈਣਾ ਕਰੋ। ਇਹ ਪਾਤਸ਼ਾਹ ਕਿਰਪਾ ਕਰੋ। ਭਲੇ ਬਾਕ ਸਭ ਕੋ ਕਹਿ ਦੀਜੈ। ਤੇ ਸਤਿਗੁਰੂ ਚੰਗਾ ਬਚਨ ਜਿਹੜਾ ਹੈ ਉਹ ਪਰਿਵਾਰ ਵਾਸਤੇ ਵੀ ਚੰਗੇ ਬਚਨ ਆਖੋ, ਸੰਗਤਾਂ ਸਿੱਖਾਂ ਵਾਸਤੇ ਵੀ ਚੰਗੇ ਬਚਨ। ਇਹ ਜੋ ਆਪ ਜੀ ਕਹਿੰਦੇ ਪਏ ਹੋ ਵੀ ਅਨੰਦਪੁਰ ਸਾਹਿਬ ਲੁੱਟਿਆ ਜਾਣਾ ਹੈ, ਪਰਿਵਾਰ ਤੇ ਸਿੰਘਾਂ ਨੂੰ ਭੁੱਖ ਦਾ ਸਮਾਂ ਪਵੇਗਾ, ਮਹਾਰਾਜ ਇਹ ਬਚਨ ਆਪ ਜੀ ਕਿਰਪਾ ਕਰਕੇ ਵਾਪਸ ਲਓ। ਭਲੇ ਦਾ ਚੰਗੇ ਦਾ ਬਚਨ ਕਹਿਣਾ ਕਰੋ। ਸੁਣ ਸ਼੍ਰੀ ਮੁਖ ਤੇ ਬਹੁਰ ਉਚਾਰੀ। ਉਸ ਵੇਲੇ ਸਤਿਗੁਰਾਂ ਨੇ ਇਹ ਜਦੋਂ ਬਚਨ ਸੁਣੇ ਤੇ ਸੁਣ ਕੇ ਫਿਰ ਪਾਤਸ਼ਾਹ ਆਪਣੇ ਮੁਖ ਤੋਂ ਕਹਿਣ ਲੱਗੇ ਹਨ, ਬਾਬਾ ਨਾਨਕ ਜਗ ਗੁਰ ਭਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜੋ ਬਾਬਾ ਨਾਨਕ ਗੁਰੂ ਨਾਨਕ ਦੇ ਪਾਤਸ਼ਾਹ ਹਨ ਉਹ ਜਗਤ ਦੇ ਭਾਰੀ ਗੁਰੂ ਹਨ। ਭਾਰੀ ਗੁਰੂ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜੋ ਭਾਰੀ ਗੁਰੂ ਹਨ। ਤਿਨਹੋਂ ਕਹੇ ਬਾਕਨ ਅਬਰਾਮੇ। ਉਹ ਸਤਿਗੁਰੂ ਪਾਤਸ਼ਾਹ ਨੇ ਅਬਰਾਮੇ ਬਚਨ ਕਹੇ ਨੇ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਬਚਨ ਅਸੀਂ ਕਹਿੰਦੇ ਪਏ ਨਾ ਇਹ ਬਚਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਵੀ ਇਸ ਤਰ੍ਹਾਂ ਆਖੇ ਹਨ। ਵਰਤਾਂਗਾ ਪਹਿਰੋ 10 ਜਾਮੇ। ਸਤਿਗੁਰਾਂ ਨੇ ਆਖਿਆ ਸੀ ਵੀ ਅਸੀਂ 10 ਜਾਮਿਆਂ ਦੇ ਵਿੱਚ ਵਰਤਾਂਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇਹ ਬਚਨ ਹੈ ਕਿ ਅਸੀਂ 10 ਜਾਮਿਆਂ ਦੇ ਵਿੱਚ ਵਰਤਾਂਗੇ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਤੱਕ ਅਸੀਂ ਵਰਤਣਾ ਹੈ। ਭਾਣਾ ਇਸੀ ਤਰ੍ਹਾਂ ਸਭ ਹੋਵੇ। ਇਹ ਸਾਰਾ ਭਾਣਾ ਇਸ ਤਰ੍ਹਾਂ ਹੋਣਾ ਹੈ ਅਤੇ 10 ਗੁਰੂਆਂ ਤੋਂ ਬਾਅਦ ਵਿੱਚ ਫਿਰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ 11ਵੇਂ ਰੂਪ ਦੇ ਵਿੱਚ ਮਿਲੇਗੀ।
ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ। ਸੋ ਗੁਰਮੁਖੋ ਬਚਨ ਆਉਂਦਾ ਹੈ ਨਾ ਕਿ ਜਦੋਂ ਮਹਾਰਾਜ ਸਾਹਿਬ ਜੀ ਇਸ ਜਗ੍ਹਾ 'ਤੇ ਆ ਕੇ ਪਹੁੰਚੇ ਸਨ, ਕੀਰਤਪੁਰ ਸਾਹਿਬ ਦੀ ਧਰਤੀ 'ਤੇ, ਸਾਈਂ ਬੁੱਢਣ ਸ਼ਾਹ ਆਇਆ ਨਾ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ। ਮੱਥਾ ਟੇਕਿਆ, ਮਹਾਰਾਜ ਆਪ ਜੀ ਦੁੱਧ ਅੰਗੀਕਾਰ ਕਰੋ। ਅਤੇ ਸਤਿਗੁਰਾਂ ਨੇ ਆਖਿਆ ਸੀ ਨਹੀਂ, ਅਸੀਂ 6ਵੇਂ ਰੂਪ ਦੇ ਵਿੱਚ ਆਵਾਂਗੇ, ਉਸ ਵੇਲੇ ਤੇਰਾ ਇਹ ਜੋ ਦੁੱਧ ਹੈ ਇਸ ਨੂੰ ਅੰਗੀਕਾਰ ਕਰਾਂਗੇ। ਉਸ ਵੇਲੇ ਫਿਰ ਪੁੱਛਿਆ ਸੀ ਸਾਈਂ ਬੁੱਢਣ ਸ਼ਾਹ ਨੇ ਕਿ ਮਹਾਰਾਜ ਸਾਹਿਬ ਜੀ ਆਪ ਜੀ ਕਿੰਨੇ ਅਵਤਾਰ ਲਵੋਗੇ? ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ ਅਸੀਂ 10 ਅਵਤਾਰ ਲੈਣੇ ਹਨ। ਅਤੇ ਸਾਈਂ ਬੁੱਢਣ ਸ਼ਾਹ ਨੇ ਆਖਿਆ ਮਹਾਰਾਜ ਮੇਰੀ ਤਮੰਨਾ ਇਹ ਹੈ ਕਿ ਮੈਂ 10 ਗੁਰੂ ਸਾਹਿਬਾਨ ਦੇ ਦਰਸ਼ਨ ਕਰਾਂ ਆਪਣੇ ਨੇਤਰਾਂ ਦੇ ਨਾਲ, ਉਹਨਾਂ ਚਿਰ ਮੇਰਾ ਇਹ ਸਰੀਰ ਰਵੇ, ਇਹ ਮੇਰੇ 'ਤੇ ਕਿਰਪਾ ਕਰੋ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਸਨ ਤੁਸੀਂ 10 ਸਰੂਪਾਂ ਦੇ ਦਰਸ਼ਨ ਕਰੋਗੇ। ਸਾਈਂ ਬੁੱਢਣ ਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਵੀ ਦਿਦਾਰਾ ਕੀਤਾ ਹੈ, ਫਿਰ ਆਪਣੇ ਸਰੀਰ ਨੂੰ ਉਹਨਾਂ ਨੇ ਛੱਡਿਆ। ਇਹ ਇੱਕ ਇਤਿਹਾਸਕ ਹਵਾਲਾ ਹੈ ਕਿ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਈਂ ਬੁੱਢਣ ਸ਼ਾਹ ਨੂੰ ਇਹ ਗੱਲ ਕਹੀ ਸੀ ਵੀ ਅਸੀਂ 10 ਅਵਤਾਰ ਲਵਾਂਗੇ, ਔਰ ਉਸਨੇ ਫਿਰ ਤਾਂ ਹੀ ਆਖਿਆ ਸੀ ਮੈਨੂੰ 10 ਗੁਰੂਆਂ ਦੇ ਦਰਸ਼ਨ ਕਰਨ ਦੀ ਇੱਛਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਬਚਨ ਇੱਥੇ ਕਰਦੇ ਪਏ, ਕਹਿਣ ਲੱਗੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਨ ਵੀ ਅਸੀਂ 10 ਅਵਤਾਰ ਦੁਨੀਆ 'ਤੇ ਲੈਣੇ ਹਨ ਅਤੇ ਉਹ 10 ਅਵਤਾਰ ਹੋਣਗੇ। ਆਤੇ ਕਰੀ ਪਰਮੇਸ਼ਰ ਕੀ, ਸੋ ਇਸੇ ਤਰ੍ਹਾਂ ਭਾਣਾ ਇਸੀ ਤਰ੍ਹਾਂ ਸਭ ਹੋਵੇ। ਇਹ ਸਾਰਾ ਭਾਣਾ ਹੈ, ਇਹ ਉਹਦਾ ਹੁਕਮ ਹੈ ਪਰਮਾਤਮਾ ਦਾ, ਇਸੇ ਤਰ੍ਹਾਂ ਹੋਣਾ ਹੈ। ਕਰੀ ਪਰਮੇਸ਼ਰ ਕੀ ਕੁਖ ਹੋਵੇ, ਜੋ ਪਰਮਾਤਮਾ ਨੇ ਕਰਨਾ ਹੈ ਉਸ ਨੂੰ ਕੋਈ ਮੇਟ ਨਹੀਂ ਸਕਦਾ ਹੈ, ਕੋਈ ਕਹਿ ਨਹੀਂ ਸਕਦਾ ਵੀ ਇਹ ਨਹੀਂ ਹੋ ਸਕਦਾ। ਪਰਮਾਤਮਾ ਨੇ ਜੋ ਕਰਨਾ ਹੈ, ਜੋ ਵਿਉਂਤ ਹੈ ਉਸ ਨੇ ਕਰ ਦੇਣਾ ਹੈ। ਸੁਨ ਮਾਤਾ ਤੁਸ਼ਨ ਹੋਏ ਰਹੀ। ਉਸ ਵੇਲੇ ਸੁਣ ਕੇ ਮਾਤਾ ਸਾਹਿਬ ਜੀ ਇਹ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਆਪਾਂ ਇਹ ਸਰਵਣ ਕਰ ਰਹੇ ਹਾਂ ਕਿ ਮਾਤਾ ਜੀ ਸਿਫਾਰਿਸ਼ ਲੈ ਕੇ ਗਏ ਸਨ ਵੀ ਸਤਿਗੁਰੂ ਮਸੰਦਾਂ ਨੂੰ ਇਹ ਦੁਬਾਰਾ ਜਿਹੜੀ ਹੈ ਇਹ ਗ੍ਰਾਹੀ ਕਰਨ ਦੀ ਆਗਿਆ ਦਿੱਤੀ ਜਾਵੇ। ਸਤਿਗੁਰੂ ਕਹਿਣ ਲੱਗੇ ਵੀ ਨਹੀਂ, ਇਹ ਕਾਰਜ ਨਹੀਂ ਹੋ ਸਕਦਾ ਹੈ। ਇਹ ਹੁਣ ਜਦੋਂ ਮਾਤਾ ਜੀ ਨੇ ਸਿਫਾਰਿਸ਼ ਲਾਈ ਹੈ ਤੇ ਸਤਿਗੁਰਾਂ ਨੇ ਫਿਰ ਮਨਾ ਕਰਕੇ ਤੇ ਇਹ ਬਚਨ ਅੱਗੋਂ ਆਖੇ। ਮਾਤਾ ਗੁਜਰੀ ਜੀ ਸੁਣਦੇ ਪਏ, ਸੁਣ ਕੇ ਫਿਰ ਚੁੱਪ ਕਰ ਗਏ ਹਨ। ਕਿਤਕ ਬਾਰ ਮਹਿ ਸੁਤ ਸਨ ਕਹੀ। ਉਸ ਵੇਲੇ ਕੁਝ ਕੁ ਸਮੇਂ ਵਾਸਤੇ ਫਿਰ ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਪੁੱਤਰ ਸਤਿਗੁਰੂ ਜੀ ਭਲੇ ਦਾ ਬਚਨ ਆਪ ਜੀ ਬਖਸ਼ਿਸ਼ ਕਰੋ, ਭਲੇ ਦਾ ਬਚਨ ਆਪ ਜੀ ਬਖਸ਼ਿਸ਼ ਕਰੋ, ਇਸ ਤਰ੍ਹਾਂ ਆਖਦੇ ਹਨ। ਭਲੀ ਕਰਨ ਮੈਂ ਹੋਈ ਬੁਰੀ। ਮਹਾਰਾਜ ਮੈਂ ਤੇ ਭਲਾ ਕਰਨ ਵਾਸਤੇ, ਚੰਗਾ ਕਰਨ ਵਾਸਤੇ, ਚੰਗਾ ਬਚਨ ਲੈਣ ਵਾਸਤੇ ਆਪ ਜੀ ਦੇ ਕੋਲ ਆਈ ਹਾਂ ਵੀ ਆਪ ਜੀ ਚੰਗਾ ਬਚਨ ਕਰੋਗੇ ਤੇ ਭਲੇ ਦਾ ਬਚਨ ਹੋਵੇਗਾ। ਸਤਿਗੁਰੂ ਮੈਂ ਤੇ ਭਲੇ ਦਾ ਬਚਨ ਕਰਾਉਣ ਵਾਸਤੇ ਆਈ। ਆਪ ਜੀਆਂ ਨੇ ਡਾਢਾ ਕਰੜਾ ਬਚਨ ਕਰ ਦਿੱਤਾ ਹੈ ਵੀ ਸਿੱਖਾਂ ਨੂੰ ਭੁੱਖ ਦਾ ਸਮਾਂ ਕੱਟਣਾ ਪਵੇਗਾ, ਇਸੇ ਤਰ੍ਹਾਂ ਪਰਿਵਾਰ ਨੂੰ ਭੁੱਖ ਦਾ ਸਮਾਂ ਕੱਟਣਾ ਪਵੇਗਾ ਅਤੇ ਇਸ ਅਨੰਦਪੁਰ ਸਾਹਿਬ ਨੂੰ ਲੁੱਟਣ ਦਾ ਸਮਾਂ ਆਵੇਗਾ। ਇਹ ਆਪ ਜੀ ਨੇ ਕਰੜੇ ਬਚਨ ਕਹਿ ਦਿੱਤੇ ਹਨ। ਸੁਨੋ ਪੁੱਤਰ ਹਿਰਦੈ ਰਿਸ ਧਰੀ। ਇਸ ਕਰਕੇ ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤਰ ਜੀ ਆਪ ਜੀ ਹਿਰਦੇ ਵਿੱਚ ਬੜੇ ਵੀਰ ਰਸ ਦੇ ਵਿੱਚ ਆਏ ਹੋ, ਕਿਰਪਾ ਕਰਕੇ ਇਸ ਵੀਰ ਰਸ ਨੂੰ ਛੱਡ ਦੇਣਾ ਕਰੋ। ਦੇਨੋ ਤੋ ਬਰਦੀਨੋ ਸਰਾਪ। ਸਤਿਗੁਰੂ ਆਪ ਜੀਆਂ ਨੇ ਵਰ ਬਖਸ਼ਿਸ਼ ਕਰਨਾ ਸੀ, ਅਸੀਂ ਤੇ ਵਰ ਲੈਣ ਵਾਸਤੇ ਆਏ ਸੀ ਕਿ ਇਹ ਪਰਿਵਾਰ ਨੂੰ ਆਪ ਚੜ੍ਹਦੀ ਕਲਾ, ਸਿੱਖਾਂ ਨੂੰ ਚੜ੍ਹਦੀ ਕਲਾ ਦੇ ਬਚਨ ਬਖਸ਼ਿਸ਼ ਕਰਨੇ ਸਨ। ਸਤਿਗੁਰੂ ਲੈਣ ਵਾਸਤੇ ਤੇ ਵਰ ਆਏ ਹਾਂ ਤੁਹਾਡੇ ਕੋਲ। ਆਪ ਜੀਆਂ ਨੇ ਬੜਾ ਕਰੜਾ ਬਚਨ ਦੁਖਦਾਈ ਆਉਣ ਵਾਲੇ ਸਮੇਂ ਦਾ ਕਹਿ ਦਿੱਤਾ ਹੈ। ਜਿਮ ਚੰਦਨ ਘਸਤੇ ਹੋਏ ਤਾਪ। ਸੋ ਕਹਿਣ ਲੱਗੇ ਚੰਦਨ ਨੂੰ ਠੰਡਾ ਮੰਨਿਆ ਜਾਂਦਾ ਹੈ ਤੇ ਚੰਦਨ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ, ਪਰ ਜੇ ਚੰਦਨ ਨੂੰ ਰਗੜੀਏ ਤੇ ਰਗੜਨ ਕਰਕੇ ਉਹ ਜਿਹੜਾ ਚੰਦਰ ਹੈ ਉਹ ਜਿਹੜਾ ਹੈ ਗਰਮ ਹੋ ਜਾਂਦਾ ਹੈ। ਜਿਵੇਂ ਚੰਦਨ ਨੂੰ ਘਸਾਉਣ ਤੇ ਤਾਪ, ਸੋ ਚੰਦਨ ਨੂੰ ਘਸਾਉਣ ਤੇ ਹੋਣੀ ਠੰਡ ਸੀ ਪਰ ਉਹ ਗਰਮ ਹੋ ਜਾਵੇ। ਮਹਾਰਾਜ ਇਸ ਤਰ੍ਹਾਂ ਦਾ ਇਹ ਭਾਣਾ ਵਾਪਰਿਆ ਹੈ। ਸੋ ਦਾਵਾ ਕਰ ਮੈਂ ਆਈ। ਸੋ ਇਸ ਕਰਕੇ ਮੈਂ ਤੇ ਇਹ ਦਾਵਾ ਕਰਕੇ ਆਈ ਸੀ, ਇਹ ਬਚਨ ਕਹਿ ਕੇ ਆਈ ਸੀ ਮਸੰਦਾਂ ਨੂੰ ਵੀ ਤੁਹਾਡੀ ਫਰਿਆਦ ਕਬੂਲ ਹੋਣੀ ਹੈ। ਬਖਸ਼ੋ ਦਿਓ ਸਭ ਕੋ ਵਡਿਆਈ। ਇਸ ਕਰਕੇ ਸਤਿਗੁਰੂ ਬਖਸ਼ ਲਓ, ਇਹ ਬਚਨ ਆਪ ਜੀ ਵਾਪਸ ਲੈ ਲਓ ਤੇ ਇਹਨਾਂ ਸਿੱਖਾਂ ਨੂੰ ਵਡਿਆਈ ਬਖਸ਼ੋ। ਦੁਬਾਰਾ ਫਿਰ ਮਾਤਾ ਜੀ ਨੇ ਆਖਿਆ ਸਤਿਗੁਰੂ ਕਿਰਪਾ ਕਰੋ, ਇਹਨਾਂ ਸਿੱਖਾਂ ਨੂੰ ਵਡਿਆਈ ਦੇਣੀ ਕਰੋ। ਸਿੱਖ ਸੇਵਕ ਤੁਮਰੋ ਪਰਿਵਾਰੂ। ਮਹਾਰਾਜ ਇਹ ਸਿੱਖ ਤੇ ਸੇਵਕ ਆਪ ਜੀ ਦਾ ਪਰਿਵਾਰ ਹਨ, ਇਹ ਤੁਹਾਡਾ ਪਰਿਵਾਰ ਹਨ। ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਇਹਨਾਂ ਨੂੰ ਆਪ ਜੀ ਬਚਨ ਵੀ ਆਉਂਦਾ ਹੈ ਨਾ, ਸੇਵਕ ਸਿੱਖ ਸਭੈ ਕਰਤਾਰਾ। ਇਹ ਬਚਨ ਮਹਾਰਾਜ ਜੀਆਂ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ।
ਉੱਥੇ ਬਚਨ ਆ ਗਿਆ ਹੈ ਨਾ, ਸਤਿਗੁਰੂ ਕਹਿਣ ਲੱਗੇ ਸੁਖੀ ਵਸੈ ਮੋਰੋ ਪਰਿਵਾਰਾ, ਮੇਰਾ ਪਰਿਵਾਰ ਸੁਖੀ ਵਸੇ। ਮਹਾਰਾਜ ਕਿਹੜੇ ਪਰਿਵਾਰ ਦੀ ਆਪ ਗੱਲ ਕਰਦੇ? ਕਹਿਣ ਲੱਗੇ ਸੇਵਕ ਸਿੱਖ ਸਭੈ ਕਰਤਾਰਾ, ਇਹ ਜਿੰਨੇ ਸਾਡੇ ਸੇਵਕ ਨੇ ਸਿੱਖ ਨੇ ਸਾਡਾ ਪਰਿਵਾਰ ਨੇ। ਮਹਾਰਾਜ ਨੇ ਸਾਨੂੰ ਆਪਣਾ ਪਰਿਵਾਰ ਆਖਿਆ ਹੈ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਸੇਵਕ ਸਿੱਖ ਤੁਮਰੋ ਪਰਿਵਾਰੋ। ਮਹਾਰਾਜ ਇਹ ਜਿੰਨੇ ਸੇਵਕ ਬੈਠੇ ਸਿੱਖ ਬੈਠੇ ਹੋਏ ਇਹ ਸਾਰੇ ਦੇ ਸਾਰੇ ਤੁਹਾਡਾ ਪਰਿਵਾਰ ਹਨ। ਮਹਾਰਾਜ ਇਹਨਾਂ ਨੂੰ ਬਖਸ਼ ਲੈਣਾ ਕਰੋ। ਕਹੀ ਹੈ ਜਿਮ ਪ੍ਰਾਪਤ ਸੁਖ ਭਾਰੂ। ਤੇ ਸਤਿਗੁਰੂ ਐਸੇ ਬਚਨ ਬੋਲੋ ਜਿਹਦੇ ਨਾਲ ਸਿੱਖਾਂ ਨੂੰ ਜਿਹੜਾ ਹੈ ਸੁਖ ਮਿਲੇ, ਕਿਉਂਕਿ ਸਾਰੀ ਸੰਗਤ ਤੁਹਾਡਾ ਪਰਿਵਾਰ ਹੈ। ਤੁਸੀਂ ਆਖਦੇ ਹੋ ਵੀ ਸਮਾਂ ਬੜਾ ਕਰੜਾ ਆਵੇਗਾ, ਬੜੀ ਬਿਪਤਾ ਪੈ ਜਾਣੀ। ਮਹਾਰਾਜ ਨਹੀਂ, ਐਸਾ ਬਚਨ ਨਹੀਂ। ਤੁਸੀਂ ਇਹ ਬਚਨ ਕਹੋ ਵੀ ਇਹਨਾਂ ਨੂੰ ਸੁਖ ਮਿਲੇ, ਇਹ ਸੰਗਤਾਂ ਤੁਹਾਡੀਆਂ ਤੁਹਾਡਾ ਪਰਿਵਾਰ ਹਨ। ਮਾਤਾ ਜੀ ਨੇ ਫਿਰ ਇਹ ਬਚਨ ਆਖਿਆ ਹੈ, ਗੁਰ ਬੋਲੇ ਸੁਨ ਮਾਤ ਮਹਾ ਹਿਤ। ਉਸ ਵੇਲੇ ਸਤਿਗੁਰੂ ਕਹਿਣ ਲੱਗੇ ਮਹਾਨ ਹਿਤ ਵਾਲੀ ਮਾਤਾ ਜੀ। ਸਤਿਗੁਰੂ ਕਹਿਣ ਲੱਗੇ ਬਚਨ ਸੁਣੋ ਮਾਤਾ ਜੀ, ਤੁਸੀਂ ਬੜਾ ਹਿਤ ਕਰਦੇ ਪਏ, ਬੜੇ ਹਿਤ ਦੇ ਨਾਲ ਵਾਰ-ਵਾਰ ਗੱਲ ਕਰਦੇ ਪਏ ਹੋ ਸਿੱਖਾਂ ਦੇ ਬਾਬਤ। ਇਹ ਸਾਰਿਆਂ ਦੇ ਹਿਤ ਕਰਨ ਵਾਲੀ, ਸਾਰਿਆਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂ ਪੱਖ ਪੂਰਦੇ ਪਏ ਹੋ। ਇਸ ਕਰਕੇ ਮਾਤਾ ਜੀ ਸੁਣਨਾ ਕਰੋ। ਖਾਲਸੇ ਕੋ ਤੁਮ ਸਾਵਤ। ਤੇ ਇਸ ਤਰੀਕੇ ਦੇ ਨਾਲ ਇਹ ਜੋ ਖਾਲਸਾ ਅਸੀਂ ਸਾਜਿਆ ਹੈ, ਸੋ ਇਸ ਖਾਲਸੇ ਨੂੰ ਸਾਬਤ ਕਹੀਏ ਮਜ਼ਬੂਤ ਕਰਨ ਵਾਸਤੇ ਇਹ ਨਿਸ਼ਚਾ ਰੱਖੋ। ਭਾਵ ਅਸੀਂ ਕੱਢਦੇ ਪਏ ਹਾਂ। ਸਤਿਗੁਰੂ ਕਹਿਣ ਲੱਗੇ ਤੁਸੀਂ ਇਹ ਨਾ ਸੋਚੋ ਵੀ ਅਸੀਂ ਇਹਨਾਂ ਨੂੰ ਜਾਣ ਬੁੱਝ ਕੇ ਦੁੱਖ ਦਿੰਦੇ ਪਏ ਹਾਂ। ਅਸੀਂ ਦੁੱਖ ਨਹੀਂ ਦਿੰਦੇ ਪਏ, ਅਸੀਂ ਇਹਨਾਂ ਦਾ ਨਿਸ਼ਚਾ ਪੱਕਾ ਕਰਦੇ ਪਏ ਹਾਂ ਵੀ ਆਉਣ ਵਾਲੇ ਸਮੇਂ 'ਚ ਜੇ ਬਿਪਤਾ ਪੈ ਵੀ ਜਾਵੇ, ਇਹ ਬਿਪਤਾ ਵੇਖ ਕੇ ਕਿਤੇ ਡਰ ਹੀ ਨਾ ਜਾਣ। ਇਸ ਕਰਕੇ ਅਸੀਂ ਆਪਣੇ ਨਾਲ ਇਹਨਾਂ ਨੂੰ ਰੱਖ ਕੇ ਭੁੱਖੇ ਵੀ ਰੱਖਾਂਗੇ, ਇਹਨਾਂ ਨੂੰ ਪਿਆਸੇ ਵੀ ਰੱਖਾਂਗੇ, ਇਹਨਾਂ ਨੂੰ ਜੰਗ ਦੇ ਵਿੱਚ ਵੀ ਲੜਾਵਾਂਗੇ, ਤਾਂ ਕਿ ਸਾਡੇ ਤੋਂ ਬਾਅਦ ਵਿੱਚ ਜੇ ਕਿਤੇ ਐਸੋ ਜੀ ਬਿਪਤਾ ਪੈ ਜਾਵੇ ਤੇ ਇਹ ਜੰਗ ਯੁੱਧ ਦੇ ਵਿੱਚ ਕਿਤੇ ਹੌਸਲਾ ਨਾ ਇਹਨਾਂ ਦਾ ਟੁੱਟ ਜਾਵੇ। ਇਸ ਕਰਕੇ ਅਸੀਂ ਇਹਨਾਂ ਨੂੰ ਪੱਕਿਆਂ ਕਰਦੇ ਪਏ ਹਾਂ ਤੇ ਇਹ ਪੱਕੇ ਕਰਨ ਵਾਸਤੇ ਅਸੀਂ ਇਹਨਾਂ ਦੀ ਪਰਖ ਕਰਨੀ ਹੈ। ਰਹਿਤ ਕਹਿਤ ਕੇ ਸਹਿਤ ਆਚਾਰੀ। ਇਹ ਜਿਹੜਾ ਸਾਡਾ ਖਾਲਸਾ ਹੈ ਰਹਿਤ ਕਹਿਤ ਦੇ ਸਮੇਤ ਹੋਵੇਗਾ। ਕੁਝ ਲੋਕ ਉਹ ਨੇ ਜਿਹੜੇ ਕੇਵਲ ਕਹਿਣ ਵਾਸਤੇ ਸੀਮਤ ਹੁੰਦੇ, ਕਹਿ ਦਿੰਦੇ ਬਚਨ, ਕਹਿਣਾ ਬੜਾ ਸੌਖਾ, ਪਰ ਮੇਰਾ ਖਾਲਸਾ ਕਹਿਣ ਦੇ ਨਾਲ ਨਾਲ ਰਹਿਤ ਵੀ ਰੱਖੇਗਾ। ਰਹਿਤ ਅਵਰ ਕਛ ਅਵਰ ਕੁਮਾਵਤ ਮਾਨੀ ਪ੍ਰੀਤ, ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਣ। ਦੁਨੀਆ ਦੇ ਲੋਕ ਬਾਹਰ ਦਾ ਭੇਖ ਬਣਾ ਕੇ ਵਿਖਾਉਂਦੇ ਤੇ ਅੰਦਰ ਕੁਝ ਹੋਰ ਹੈ, ਕਹਿਣੀ ਕੁਝ ਹੋਰ ਹੈ। ਮਹਾਰਾਜ ਕਹਿਣ ਲੱਗੇ ਮੇਰਾ ਖਾਲਸਾ ਜੋ ਕਹੇਗਾ ਉਹੀ ਬਚਨ ਇਹਦੇ ਅੰਦਰ ਹੋਵੇਗਾ। ਭਾਵ ਕਿ ਕਮਾਈ ਵਾਲੇ ਹੋਣਗੇ। ਬਚਨ ਰਹਿਤ ਕਹਿਤ ਕੇ ਸਹਿਤ ਆਚਾਰੀ, ਇਹਨਾਂ ਦਾ ਚੰਗਾ ਆਚਾਰ ਕਰਤੱਵ ਹੋਵੇਗਾ। ਇਹ ਚੰਗੇ ਕਰਤੱਵ ਵਾਲੇ, ਚੰਗੇ ਕੰਮ ਕਰਨ ਵਾਲੇ, ਰਹਿਤ ਬਹਿਤ ਦੇ ਪੂਰੇ ਹੋਣੇ ਹਨ। ਬੀਚ ਖਾਲਸੇ ਜੋਤ ਹਮਾਰੀ। ਸਾਡੀ ਇਸ ਖਾਲਸੇ ਦੇ ਵਿੱਚ ਜੋਤ ਹੈ, ਅਸੀਂ ਇਸ ਖਾਲਸੇ ਦੇ ਵਿੱਚ ਵਸੇ ਹੋਏ ਹਾਂ। ਉਹ ਖਾਲਸਾ ਹੀ ਸਭ ਕਰ ਹੈ। ਇਹ ਸਾਡਾ ਖਾਲਸਾ ਬੜਾ ਭਲਾ ਹੈ, ਬੜਾ ਚੰਗਾ ਹੈ। ਆਉਣ ਵਾਲੇ ਸਮੇਂ ਵਿੱਚ ਖਾਲਸਾ ਭਲੇ ਕੰਮ ਹੀ ਕਰੇਗਾ, ਇਹਨਾਂ ਦੇ ਕੋਲੋਂ ਬੁਰਾ ਕੰਮ ਹੋਣਾ ਹੀ ਕੋਈ ਨਹੀਂ ਹੈ। ਸਤਿਗੁਰਾਂ ਨੇ ਵੇਖਿਆ ਮਾਤਾ ਜੀ ਵਾਰ-ਵਾਰ ਕਹਿੰਦੇ ਪਏ, ਸਤਿਗੁਰੂ ਹੁਣ ਬਚਨ ਕਰਦੇ ਪਏ, ਕਹਿਣ ਲੱਗੇ ਮਾਤਾ ਜੀ ਅਸੀਂ ਕੋਈ ਸ਼ਰਾਪ ਨਹੀਂ ਦਿੱਤਾ ਹੈ ਵੀ ਇਹ ਦੁੱਖਾਂ ਵਿੱਚ ਪੈ ਜਾਣ, ਭੁੱਖ ਵਿੱਚ ਪੈ ਜਾਣ। ਅਸੀਂ ਇਹਨਾਂ ਨੂੰ ਤਗੜੇ ਕਰਦੇ ਪਏ ਹਾਂ, ਇਹਨਾਂ ਦੇ ਉੱਪਰ ਪਰਖ ਪਾ ਕੇ। ਪਰ ਆਉਣ ਵਾਲੇ ਸਮੇਂ ਵਿੱਚ ਖਾਲਸਾ ਜੋ ਕਰੇਗਾ ਉਹ ਭਲੇ ਦਾ ਕੰਮ ਹੀ ਕਰੇਗਾ। ਇਹਨਾਂ ਕੋਲੋਂ ਬੁਰਾ ਕੰਮ ਹੋਣਾ ਹੀ ਕੋਈ ਨਹੀਂ ਹੈ, ਇਹਨਾਂ ਨੇ ਭਲੇ ਦੇ ਕੰਮ ਕਰਨੇ ਹਨ। ਜਗਤ ਰਾਜਨ ਕੇ ਅਨੁਸਰ ਹੈ। ਇਹ ਜਗਤ ਦਾ ਜਿਹੜਾ ਸੰਸਾਰ ਦਾ ਜਿਹੜਾ ਰਾਜ ਹੈ ਉਹ ਇਹਨਾਂ ਦੇ ਅਧੀਨ ਹੋਵੇਗਾ। ਸਤਿਗੁਰੂ ਹੁਣ ਮੌਜ ਵਿੱਚ ਆ ਕੇ ਬਚਨ ਕਰਦੇ, ਕਹਿਣ ਲੱਗੇ ਇੱਕ ਸਮਾਂ ਆਵੇਗਾ ਮੇਰਾ ਖਾਲਸਾ ਰਾਜ ਭਾਗ ਦਾ ਮਾਲਕ ਹੋਵੇਗਾ। ਅਸੀਂ ਇਹਨਾਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਹੈ। ਰਾਜ ਭਾਗ ਦੇ ਮਾਲਕ ਬਣਾਉਣ ਵਾਸਤੇ ਇਹਨਾਂ ਵਿੱਚ ਉਹ ਗੁਣ ਹੋਣੇ ਚਾਹੀਦੇ ਰਾਜਿਆਂ ਵਾਲੇ। ਇਸ ਕਰਕੇ ਇਹਨਾਂ ਨੂੰ ਐਸਾ ਰਾਜੇ ਬਣਾਵਾਂਗੇ ਕਿ ਇਹ ਰਾਜ ਭਾਗ ਦੇ ਮਾਲਕ ਬਣ ਜਾਣਾ ਕਰਨਗੇ। ਇਮ ਸੁਨ ਕਰ ਜਨਨੀ ਤਬ ਗਈ। ਇਸ ਤਰ੍ਹਾਂ ਦੇ ਬਚਨ ਸੁਣ ਕੇ ਉਸ ਵੇਲੇ ਮਾਤਾ ਜੀ ਫਿਰ ਚਲੇ ਗਏ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਤੇ ਹੁਣ ਆਵੇਗਾ ਜਿਹੜੇ ਬਚਨ ਅਸੀਂ ਕਹਿ ਨੇ ਪੂਰੇ ਹੋਣਗੇ, ਪਰ ਉਹ ਬਚਨ ਵੀ ਇਹ ਮੇਰੇ ਖਾਲਸੇ ਦੇ ਭਲੇ ਵਾਸਤੇ ਹੀ ਹੋਣਗੇ। ਭਲੇ ਵਾਸਤੇ ਬਚਨ ਹੋਣਗੇ, ਇਹਨਾਂ ਦਾ ਭਲਾ ਹੀ ਹੋਣਾ ਹੈ। ਪਛਤਾਪ ਕਰਤ ਚਿਤ ਭਈ। ਪਰ ਮਾਤਾ ਜੀ ਪਛਤਾਪ ਵੀ ਕਰਦੇ ਵੀ ਚਲੋ ਜੇ ਨਾ ਜਾਂਦੇ ਤੇ ਹੋ ਸਕਦਾ ਵੀ ਸਤਿਗੁਰੂ ਇਹ ਬਚਨ ਨਾ ਕਰਦੇ,
ਪਰ ਜਿਹੜੇ ਬਚਨ ਮਹਾਰਾਜ ਨੇ ਕਰਨੇ ਨੂੰ ਸੁਭਾਵਿਕ ਹੀ ਉਸ ਤਰ੍ਹਾਂ ਦਾ ਬਹਾਨਾ ਬਣ ਜਾਂਦਾ ਹੈ। ਇਸ ਤਰ੍ਹਾਂ ਪਛਤਾਪ ਕਰਦੇ ਹਨ। ਬੈਠੀ ਜਾਏ ਕਿਤਕ ਸਿੱਖਿਆ ਏ। ਮਾਤਾ ਜੀ ਬੈਠ ਗਏ ਘਰ ਵਿੱਚ ਜਾ ਕੇ। ਇੰਨੇ ਚਿਰ ਨੂੰ ਕੁਝ ਕੁ ਸਿੱਖ ਜਿਨ੍ਹਾਂ ਨੇ ਸਿਫਾਰਿਸ਼ ਲਾ ਕੇ ਮਾਤਾ ਜੀ ਨੂੰ ਭੇਜਿਆ ਸੀ ਨਾ ਵੀ ਜਾਓ ਜਾ ਕੇ ਸਤਿਗੁਰਾਂ ਦੇ ਅੱਗੇ ਸਾਡੇ ਵੱਲੋਂ ਬੇਨਤੀ ਕਰਕੇ ਤੇ ਸਾਨੂੰ ਇਹ ਕਾਰਜ ਸਾਡਾ ਫਤਿਹ ਕਰੋ। ਜਦੋਂ ਉਹਨਾਂ ਸਿੱਖਾਂ ਨੇ ਵੇਖਿਆ ਵੀ ਮਾਤਾ ਜੀ ਵਾਪਸ ਆ ਗਏ ਨੇ ਸਤਿਗੁਰਾਂ ਦੇ ਕੋਲੋਂ, ਉਹ ਸਿੱਖ ਫਿਰ ਮਾਤਾ ਜੀ ਦੇ ਕੋਲ ਆਏ ਹਨ। ਜਿਮ ਬੀਤੀ ਤਿਮ ਬਾਤ ਚਲਾਏ। ਉਸ ਵੇਲੇ ਮਾਤਾ ਜੀ ਨੂੰ ਪੁੱਛਿਆ ਆ ਕੇ ਸਿੱਖਾਂ ਨੇ, ਮਸੰਦਾਂ ਨੇ, ਵੀ ਮਾਤਾ ਜੀ ਕੀ ਗੱਲ ਹੋਈ ਹੈ, ਤੁਸੀਂ ਸਤਿਗੁਰਾਂ ਨੂੰ ਕਿਵੇਂ ਬੇਨਤੀ ਕੀਤੀ ਹੈ ਔਰ ਮਹਾਰਾਜ ਸਾਹਿਬ ਜੀਆਂ ਨੇ ਅੱਗੋਂ ਕੀ ਜਵਾਬ ਦਿੱਤਾ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਫਿਰ ਮਾਤਾ ਜੀ ਨੇ ਸਭ ਕੁਝ ਜਿਵੇਂ ਜਿਵੇਂ ਸਤਿਗੁਰਾਂ ਨੇ ਆਖਿਆ ਉਹ ਸਾਰੇ ਬਚਨ ਦੱਸੇ ਹਨ। ਪਠਨ ਸੁਭਾ ਮਸੰਦਨ ਕਹਿਓ। ਉਸ ਵੇਲੇ ਮਸੰਦ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਜੀ ਦਾ ਸੁਭਾਅ ਬੜਾ ਕਰੜਾ ਹੈ। ਜਦੋਂ ਮਾਤਾ ਜੀ ਨੇ ਆਖਿਆ ਨਾ ਵੀ ਸਤਿਗੁਰੂ ਨਹੀਂ ਮੰਨੇ, ਸਤਿਗੁਰਾਂ ਨੇ ਆਖਿਆ ਤੁਹਾਡੇ ਤੇ ਔਖਾ ਸਮਾਂ ਆਉਣਾ ਹੈ, ਤੁਹਾਨੂੰ ਭੁੱਖ ਦੇ ਦਿਨ ਵੀ ਕੱਟਣੇ ਪੈਣੇ ਹਨ। ਉਦੋਂ ਇਹ ਬਚਨ ਸੁਣ ਕੇ ਤੇ ਉਹ ਮਸੰਦ ਕਹਿਣ ਲੱਗੇ ਮਾਤਾ ਜੀ ਸਤਿਗੁਰਾਂ ਦਾ ਸੁਭਾਅ ਬੜਾ ਕਰੜਾ ਹੈ, ਜਿਹੜੇ ਬਚਨ ਤੇ ਅੜ ਜਾਂਦੇ ਉੱਥੇ ਹੀ ਅੜ ਕੇ ਖੜ ਜਾਂਦੇ, ਬੜਾ ਕਰੜਾ ਸੁਭਾਅ ਇਹਨਾਂ ਦਾ ਹੈ। ਇਸ ਤਰ੍ਹਾਂ ਮਸੰਦ ਕਹਿੰਦੇ ਹਨ। ਜਨ ਕੇ ਮੋਹ ਲੇਸ਼ ਨਾ ਲਹਿਓ। ਸਤਿਗੁਰੂ ਦੇ ਮਨ ਵਿੱਚ ਥੋੜਾ ਜਿੰਨਾ ਵੀ ਮੋਹ ਨਹੀਂ ਹੈ ਆਪਣੇ ਖਾਲਸੇ ਦੇ ਪ੍ਰਤੀ, ਥੋੜਾ ਜਿੰਨਾ ਵੀ ਮੋਹ ਨਹੀਂ ਵੇਖਿਆ ਵੀ ਖਾਲਸਾ ਮੇਰਾ ਹੈ, ਮੈਂ ਖਾਲਸੇ ਨੂੰ ਸਾਜਿਆ ਹੈ, ਇਹ ਥੋੜਾ ਜਿੰਨਾ ਵੀ ਮੋਹ ਰੱਖ ਕੇ ਕੋਈ ਬਚਨ ਨਹੀਂ ਕੀਤਾ ਹੈ। ਕਰੈ ਬਚਨ ਸੋ ਜਾਤ ਨਾ ਖਾਲੀ। ਜਿਹੜਾ ਬਚਨ ਹੁਣ ਮਹਾਰਾਜ ਸਾਹਿਬ ਜੀ ਕਰਦੇ ਉਹ ਬਚਨ ਕਦੇ ਖਾਲੀ ਨਹੀਂ ਜਾਂਦਾ ਹੈ। ਇਹ ਤੇ ਸਾਰੇ ਹੀ ਜਾਣਦੇ ਕਿ ਗਰੀਬ ਨਵਾਜ ਸਤਿਗੁਰੂ ਜਿਹੜਾ ਬਚਨ ਕਰ ਦਿੰਦੇ ਨਾ ਮੁੱਖੋਂ, ਉਹ ਬਚਨ ਮਹਾਰਾਜ ਜੀਆਂ ਦਾ ਕਿਹਾ ਹੋਇਆ ਕਦੇ ਖਾਲੀ ਨਹੀਂ ਜਾਂਦਾ ਹੈ। ਅਕਸ਼ਨ ਫਲੈ ਸੁਖ ਕੇ ਦੁਖ ਨਾ ਲੈ। ਤੇ ਸਤਿਗੁਰਾਂ ਦਾ ਬਚਨ ਤਤ ਛਿਨ ਪੂਰਾ ਹੁੰਦਾ ਹੈ। ਜਿਹੜਾ ਬਚਨ ਮੁਖੋਂ ਨਿਕਲ ਗਿਆ, ਅਮੋਘ ਬਾਣ ਮਹਾਰਾਜ ਜੀਆਂ ਦੇ ਬਚਨ ਨੇ, ਜਿਹੜਾ ਬਚਨ ਨਿਕਲਿਆ ਉਹ ਪੂਰਾ ਬੜੀ ਛੇਤੀ ਹੁੰਦਾ ਹੈ। ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਬਚਨ ਆ ਗਿਆ ਨਾ, ਸਤਿਗੁਰੂ ਬਚਨ ਕਰਨ ਤੇ ਪੂਰਾ ਨਾ ਹੋਵੇ ਹੋ ਨਹੀਂ ਸਕਦਾ ਹੈ। ਪਿਛੇ ਇਤਿਹਾਸ ਵਿੱਚ ਆਪਾਂ ਇੱਕ ਬਚਨ ਸਰਵਣ ਕੀਤਾ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਵਾਸਤੇ ਚਲੇ ਗਏ। ਮਹਾਰਾਜ ਜੀਆਂ ਦੀ ਉਮਰਾਂ ਬੜੀ ਛੋਟੀ ਹੈ, ਬੱਚਿਆਂ ਵਾਲਾ ਸੁਭਾਅ, ਬੱਚਿਆਂ ਵਾਲੀ ਉਮਰ, ਨਾਲ ਹੋਰ ਵੀ ਬੱਚੇ ਚਲੇ ਗਏ ਨਹਾਉਣ ਵਾਸਤੇ। ਤੇ ਸਤਿਗੁਰਾਂ ਦੇ ਤਾਇਆ ਜੀ ਦੇ ਪੁੱਤਰ ਬਾਬਾ ਸੂਰਜਮਲ ਜੀਆਂ ਦਾ ਪੁੱਤਰ ਹੈ ਗੁਲਾਬ ਰਾਏ, ਉਹ ਵੀ ਤਾਏ ਚਾਚੇ ਦੇ ਪੁੱਤਰ ਵੀ ਨਾਲ ਚਲੇ ਗਏ। ਪਾਣੀ ਵਿੱਚ ਜਾ ਕੇ ਇਸ਼ਨਾਨ ਕਰਨ ਲੱਗ ਪਏ। ਬਚਨ ਆਉਂਦਾ ਵੀ ਇਸ਼ਨਾਨ ਕਰਦਿਆਂ ਹੁਣ ਬੱਚਿਆਂ ਵਾਲਾ ਸੁਭਾਅ ਹੈ, ਇੱਕ ਦੂਜੇ ਦੇ ਵੱਲ ਪਾਣੀ ਝੱਟਣ ਲੱਗ ਪਏ, ਇੱਕ ਦੂਜੇ ਉੱਪਰ ਪਾਣੀ ਦੀਆਂ ਛਿੱਟਾਂ ਸੁੱਟਣ ਲੱਗ ਪਏ। ਜਦੋਂ ਪਾਣੀ ਇੱਕ ਦੂਜੇ ਦੇ ਉੱਪਰ ਝੱਟਿਆ, ਛਿੱਟਾਂ ਸੁੱਟੀਆਂ, ਤੇ ਗੁਲਾਬ ਰਾਏ ਦਾ ਜਿਹੜਾ ਪੱਖ ਸੀ ਹੌਲਾ ਪੈ ਗਿਆ ਤੇ ਉਹ ਭੱਜ ਪਿਆ ਅੱਗੇ ਲੱਗ ਕੇ। ਜਦੋਂ ਵੇਖਿਆ ਨਾ ਵੀ ਹੁਣ ਮੇਰੀ ਹਾਰ ਹੁੰਦੀ ਪਈ ਹੈ, ਬਾਕੀ ਬੱਚਿਆਂ ਦਾ ਜ਼ੋਰ ਪੈ ਗਿਆ, ਤੇ ਇਹ ਗੁਲਾਬ ਰਾਏ ਦੌੜ ਪਿਆ ਅੱਗੇ ਲੱਗ ਗਿਆ। ਤੇ ਬਾਹਰ ਜਿੱਥੇ ਕੱਪੜੇ ਲਾਹ ਕੇ ਰੱਖੇ ਸਨ ਇਸ਼ਨਾਨ ਕਰਨ ਤੋਂ ਪਹਿਲਾਂ, ਭੱਜ ਕੇ ਉੱਥੇ ਪਹੁੰਚਿਆ ਤੇ ਛੇਤੀ ਨਾਲ ਇੱਕ ਪੱਗ ਫੜੀ ਸਿਰ ਤੇ ਬੰਨ੍ਹਣ ਵਾਸਤੇ। ਪੱਗਾਂ ਲਾਹ ਕੇ ਰੱਖੀਆਂ ਨਾ ਸਾਰਿਆਂ ਨੇ ਉੱਥੇ ਆਪਣੀਆਂ, ਪੱਗ ਫੜੀ ਸਿਰ ਤੇ ਬੰਨ੍ਹਣ ਵਾਸਤੇ। ਜਦੋਂ ਛੇਤੀ ਨਾਲ ਕਾਹਲੀ ਨਾਲ ਪੱਗ ਫੜੀ ਤੇ ਉਹ ਪੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਦਸਤਾਰ ਹੈ, ਉਹਨੂੰ ਹੱਥ ਪੈ ਗਿਆ ਗੁਲਾਬ ਰਾਏ ਦਾ। ਗੁਲਾਬ ਰਾਏ ਨੇ ਛੇਤੀ ਨਾਲ ਉਹ ਦਸਤਾਰ ਸਿਰ ਤੇ ਬੰਨ੍ਹ ਲਈ ਆਪਣੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਗਰ ਦੌੜੇ ਜਾ ਰਹੇ। ਮਹਾਰਾਜ ਵੇਖ ਕੇ ਹੱਸ ਪਏ, ਕਹਿਣ ਲੱਗੇ ਗੁਲਾਬ ਰਾਏ ਕੋਈ ਗੱਲ ਨਹੀਂ, ਇੱਕ ਸਮਾਂ ਆਵੇਗਾ ਤੂੰ ਸਾਡੀ ਦਸਤਾਰ ਬੰਨ੍ਹ ਕੇ ਹੀ ਬੈਠੇਗਾ। ਕਹਿਣ ਤੋਂ ਭਾਵ ਇਹ ਹੈ ਵੀ ਇੱਕ ਸਮਾਂ ਆਵੇਗਾ ਤੂੰ ਗੁਰੂ ਬਣ ਕੇ ਬੈਠੇਗਾ। ਇਹ ਬਚਨ ਸੀ ਮਹਾਰਾਜ ਦਾ। ਬਚਪਨ ਦੇ ਵਿੱਚ ਉਹਨੇ ਭਾਵੇਂ ਭੁਲੇਖੇ ਨਾਲ ਹੀ ਬੱਧੀ ਹੈ, ਪਰ ਉਹਦੀ ਮਨਸ਼ਾ ਮਹਾਰਾਜ ਜਾਣਦੇ ਸਨ ਵੀ ਇਹਦੇ ਮਨ ਵਿੱਚ ਮਨਸ਼ਾ ਕੀ ਹੈ, ਵੀ ਅੰਦਰੋਂ ਕੀ ਚਾਹੁੰਦਾ ਹੈ। ਸਤਿਗੁਰਾਂ ਨੇ ਹੱਸ ਕੇ ਸੁਭਾਵਿਕ ਹੀ ਆਖਿਆ, ਕਹਿਣ ਲੱਗੇ ਗੁਲਾਬ ਰਾਏ ਕੋਈ ਗੱਲ ਨਹੀਂ, ਇੱਕ ਸਮਾਂ ਆਵੇਗਾ ਤੂੰ ਵੀ ਇਹ ਪੱਗ ਸਜਾ ਕੇ ਬੈਠੇਗਾ, ਭਾਵ ਕਿ ਗੁਰੂ ਬਣ ਕੇ ਬੈਠੇਗਾ। ਹੁਣ ਬਚਨ ਤੇ ਮਹਾਰਾਜ ਨੇ ਬਚਪਨ ਵਿੱਚ ਕੀਤੇ, ਬੱਚਿਆਂ ਵਾਲੀ ਉਮਰ ਦੇ ਵਿੱਚ ਕੀਤੇ, ਔਰ ਖੇਡਦਿਆਂ ਖੇਡਦਿਆਂ ਬਚਨ ਕੀਤੇ। ਪਰ ਗੁਰਮੁਖੋ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਨਾ, ਤੇ ਮੁਗਲਾਂ ਨੇ ਅਨੰਦਪੁਰ ਸਾਹਿਬ ਨੂੰ ਉਜਾੜ ਦਿੱਤਾ, ਉਸ ਵੇਲੇ ਗੁਲਾਬ ਰਾਏ ਨੇ ਮੁਗਲਾਂ ਦੇ ਨਾਲ ਆਪਣਾ ਸਮਝੌਤਾ ਕਰਕੇ, ਗੱਲਬਾਤ ਕਰਕੇ, ਇਹ ਫਿਰ ਗੱਦੀ ਲਾ ਕੇ ਤੇ ਗੁਰੂ ਬਣ ਕੇ ਬੈਠ ਗਿਆ ਸੀ ਅਨੰਦਪੁਰ ਸਾਹਿਬ ਦੇ ਵਿੱਚ, ਵੀ ਮੈਂ ਹੁਣ 11ਵਾਂ ਗੁਰੂ ਹਾਂ। ਜਿਹੜੇ ਬਚਨ ਮਹਾਰਾਜ ਨੇ ਆਖੇ ਨਾ ਵੀ ਤੂੰ ਵੀ ਬੈਠੇਗਾ, ਉਹ ਫਿਰ ਬਚਨ ਇਸ ਤਰ੍ਹਾਂ ਇਹ ਗੁਰੂ ਬਣ ਕੇ ਬੈਠਿਆ। ਪਰ ਮਾੜੀ ਕਿਸਮਤ ਨੂੰ ਇੱਥੇ ਇੱਕ ਸਾਧੂ ਰਹਿੰਦਾ, ਨਾਮ ਹੈ ਭਾਈ ਗੁਰਬਖਸ਼। ਇਸ ਨੇ ਭਾਈ ਗੁਰਬਖਸ਼ ਨੂੰ, ਸਾਧੂ ਨੂੰ ਬੜੇ ਮਾੜੇ ਬਚਨ ਕਹੇ, ਅਪਮਾਨ ਵਾਲੇ, ਤੇ ਅਨੰਦਪੁਰ ਸਾਹਿਬ ਤੋਂ ਕੱਢ ਦਿੱਤਾ।
ਆਪਣੇ ਚੇਲੇ ਚਾਟੜੀ ਨੂੰ ਕਹਿੰਦਾ ਵੀ ਇਹ ਸਾਧੂ ਨੂੰ ਬਾਹਰ ਕੱਢ ਦਿਓ। ਅਸਲ ਦੇ ਵਿੱਚ ਉਸ ਸਾਧੂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਥੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਸੀ ਤੇ ਮਹਾਰਾਜ ਆਪ ਟਿਕਾ ਕੇ ਆਏ ਸਨ ਵੀ ਤੂੰ ਨਹੀਂ ਇੱਥੋਂ ਜਾਣਾ, ਸਾਡੇ ਪਿਤਾ ਦਾ ਇੱਥੇ ਸੰਸਕਾਰ ਹੋਇਆ ਸੀਸ ਦਾ, ਤੂੰ ਉਹ ਡੇਰਾ ਸਾਹਿਬ ਦੀ ਸੇਵਾ ਕਰਨੀ ਹੈ, ਸਾਫ ਸਫਾਈ ਰੱਖਣੀ ਇੱਥੇ ਰਹਿ ਕੇ। ਇਹ ਬਚਨ ਮਹਾਰਾਜ ਕਹਿ ਕੇ ਆਏ ਸਨ। ਪਰ ਉਸੇ ਸਾਧੂ ਨੂੰ ਗੁਲਾਬ ਰਾਏ ਨੇ ਕੱਢ ਦਿੱਤਾ ਧੱਕੇ ਮਰਵਾ ਕੇ। ਤੇ ਉਹ ਸਾਧੂ ਜਿਹੜਾ ਨਾ ਬੜੀ ਬੰਦਗੀ ਵਾਲਾ ਸੀ, ਉਹ ਗੁਰਬਖਸ਼ ਨਾਮ ਦਾ ਜਿਹੜਾ ਸਾਧੂ ਹੈ, ਉਹਨੇ ਫਿਰ ਬਚਨ ਆਖਿਆ ਸੀ ਜਾਣ ਲੱਗੇ, ਕਹਿਣ ਲੱਗਿਆ ਗੁਲਾਬ ਰਾਏ ਤੇਰੀਆਂ ਜੜ੍ਹਾਂ ਖਤਮ ਹੋ ਗਈਆਂ, ਤੇਰੀ ਜੜ ਨਹੀਂ ਦੁਨੀਆ 'ਚ ਰਹਿ ਗਈ ਤੇ ਤੂੰ ਵੀ ਨਹੀਂ ਦੁਨੀਆ 'ਤੇ ਰਵੇਂਗਾ। ਹੁਣ ਸਾਧੂ ਦਾ ਬਚਨ ਨਿਕਲ ਗਿਆ। ਉਦੋਂ ਤੇ ਗੁਲਾਬ ਰਾਏ ਨੇ ਪਰਵਾਹ ਕੋਈ ਨਾ ਕੀਤੀ, ਕਹਿਣ ਲੱਗਾ ਤੇਰੇ ਵਰਗੇ ਬੜੇ ਆਏ, ਬਦਵਾ ਬਦਸੀਸ ਸ਼ਰਾਫ ਕੋਈ ਦਿੰਦਾ ਹੈ ਨਾ, ਅਸੀਂ ਉਦੋਂ ਪਰਵਾਹ ਨਹੀਂ ਕਰਦੇ, ਕੋਈ ਗੱਲ ਨਹੀਂ। ਪਰ ਜਦੋਂ ਪੂਰਾ ਹੁੰਦਾ ਨਾ ਫਿਰ ਲੱਕ ਨਾਲ ਲਕੀਰਾਂ ਨਿਕਲਦੀਆਂ, ਫਿਰ ਉਹ ਬਖਸ਼ਿਆ ਵੀ ਨਹੀਂ ਜਾਂਦਾ। ਹੁਣ ਉਹ ਗੁਰਬਖਸ਼ ਸਾਧੂ 'ਤੇ ਚਲਾ ਗਿਆ। ਇਹ ਗੁਲਾਬ ਰਾਏ ਦੇ ਫਿਰ ਹੌਲੀ ਹੌਲੀ ਕਰਕੇ ਥੋੜ੍ਹੇ ਸਮੇਂ ਦੇ ਵਿੱਚ ਪੁੱਤਰ ਵੀ ਪੂਰੇ ਹੋ ਗਏ ਤੇ ਜੋ ਕੁਝ ਮਾਲ ਸਬਾਬ ਇਸਨੇ ਇਕੱਠਾ ਕੀਤਾ ਸੀ ਨਾ ਧਨ ਪਦਾਰਥ, ਉਹ ਵੀ ਸਾਰਾ ਲੁੱਟਿਆ ਪੁੱਟਿਆ ਗਿਆ ਤੇ ਆਪ ਵੀ ਫਿਰ ਬਿਮਾਰ ਹੋ ਕੇ ਤੇ ਇਸ ਤਰ੍ਹਾਂ ਇਹ ਮੌਤ ਨੂੰ ਪ੍ਰਾਪਤ ਹੋਇਆ। ਸੋ ਬਚਨ ਇਹ ਹੈ ਵੀ ਸਤਿਗੁਰਾਂ ਦੇ ਮੁਖ ਦੇ ਬਚਨ ਪੂਰੇ ਹੁੰਦੇ, ਭਾਵੇਂ ਮਹਾਰਾਜ ਬਚਪਨ ਵਿੱਚ ਨੇ, ਭਾਵੇਂ ਗੁਰਤਾ ਗੱਦੀ ਤੇ ਨਹੀਂ ਵੀ ਬੈਠੇ, ਉਦੋਂ ਵੀ ਜਿਹੜੇ ਬਚਨ ਕਹਿ ਦਿੰਦੇ ਉਹ ਪੂਰੇ ਹੁੰਦੇ। ਅੱਜ ਤੇ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਨੇ, ਅੱਜ ਜਿਹੜਾ ਬਚਨ ਕਰਨ ਉਹ ਕਿਵੇਂ ਨਹੀਂ ਪੂਰਾ ਹੋ ਸਕਦਾ। ਸੋ ਇੱਥੇ ਬਚਨ ਆ ਗਿਆ, ਮਸੰਦ ਕਹਿੰਦੇ ਪਏ, ਕਹਿੰਦੇ ਮਾਤਾ ਜੀ ਸਤਿਗੁਰੂ ਜਿਹੜਾ ਬਚਨ ਕਰਦੇ ਉਹ ਕਦੇ ਖਾਲੀ ਨਹੀਂ ਜਾਂਦਾ ਹੈ। ਵਿਪਰੈ ਕਹੈ ਸ਼ਕਤ ਕਿਸ ਮਾਹੀ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਬਚਨ ਮੁੜੇ ਕੌਣ, ਤਤ ਛਿਨ ਫਲੈ। ਮਹਾਰਾਜ ਦਾ ਬਚਨ ਬੜੀ ਛੇਤੀ ਪੂਰਾ ਹੁੰਦਾ ਤੇ ਮਹਾਰਾਜ ਦੇ ਬਚਨ ਨੂੰ ਕੋਈ ਖਾਲੀ ਨਹੀਂ ਮੁੜ ਸਕਦਾ ਹੈ। ਨਾ ਹੀ ਕੋਈ ਦੁਨੀਆ ਵਿੱਚ ਇਹੋ ਜਿਹੀ ਤਾਕਤ ਹੈ ਵੀ ਉਹਨਾਂ ਦੇ ਬਚਨਾਂ ਨੂੰ ਮੋੜੇ। ਗੁਰਮੁਖੋ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਜਿਹੜਾ ਕਪੂਰਾ ਹੈ ਨਾ, ਕੋਟਕਪੂਰੇ ਦੇ ਰਹਿਣ ਵਾਲਾ ਕਪੂਰਾ ਜੱਟ, ਮਹਾਰਾਜ ਦਾ ਉਹਦੇ ਨਾਲ ਬਚਨ ਹੋਇਆ ਸੀ ਵੀ ਤੇਰੀ ਫਾਹੀ ਲਾ ਕੇ ਤੇਰੀ ਮੌਤ ਹੋਣੀ ਹੈ, ਫਾਂਸੀ ਲਾ ਕੇ ਤੂੰ ਮਰੇਂਗਾ। ਜਦੋਂ ਇਹਨੂੰ ਇਹ ਬਚਨ ਹੋਇਆ ਤੇ ਇਹ ਛੇਤੀ ਨਾਲ ਸੋਢੀ ਕੌਲ ਰਾਏ ਦੇ ਕੋਲ ਗਿਆ। ਸੋਢੀ ਕੌਲ ਰਾਏ ਜਿਹੜਾ ਹੈ ਨਾ ਗੁਰੂ ਰਾਮਦਾਸ ਮਹਾਰਾਜ ਦੇ ਅੱਗੋਂ ਖਾਨਦਾਨ ਵਿੱਚੋਂ ਹੋਇਆ, ਬੜੀ ਬੰਦਗੀ ਹੈ ਤੇ ਬੜੀ ਪੂਜਾ ਹੈ ਜੀ ਉਸ ਇਲਾਕੇ ਵਿੱਚ। ਇਹ ਛੇਤੀ ਨਾਲ ਕਪੂਰਾ ਜਿਹੜਾ ਉਸ ਕੌਲ ਰਾਏ ਸੋਢੀ ਕੋਲ ਗਿਆ। ਉਹ ਵੀ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੇਰੇ ਵੀ ਬਚਨ ਪੂਰੇ ਹੁੰਦੇ, ਮੇਰੇ ਵਿੱਚ ਬੜੀ ਤਾਕਤ ਹੈ। ਇਹਨੇ ਜਾ ਕੇ ਦੱਸਿਆ, ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਦਾ ਬਚਨ ਹੋ ਗਿਆ ਵੀ ਮੇਰੀ ਫਾਹੀ ਲਾ ਕੇ ਮੌਤ ਹੋਣੀ ਹੈ ਤੇ ਮੇਰਾ ਬਚਾਅ ਕਰੋ। ਤੇ ਕੌਲ ਰਾਏ ਸੋਢੀ ਨੇ ਅੱਗੋਂ ਆਖਿਆ, ਕਹਿਣ ਲੱਗਾ ਫਿਕਰ ਨਾ ਕਰ, ਤੇਰੀ ਮੌਤ ਨਹੀਂ ਮੈਂ ਹੋਣ ਦਿੰਦਾ, ਗੁਰੂ ਗੋਬਿੰਦ ਸਿੰਘ ਦੇ ਬਚਨ ਮੈਂ ਪੂਰੇ ਨਹੀਂ ਹੋਣ ਦੇਵਾਂਗਾ। ਤੇਰੀਆਂ ਜੜ੍ਹਾਂ ਮੇਰੇ ਪੇਟ ਵਿੱਚ ਨੇ, ਮੈਂ ਤੇਰੀ ਰੱਖਿਆ ਕਰਨ ਵਾਸਤੇ ਬੈਠਾ ਹਾਂ, ਤੇਰੀਆਂ ਜੜ੍ਹਾਂ ਪੱਟ ਕੋਈ ਨਹੀਂ ਸਕਦਾ, ਤੇਰੀਆਂ ਜੜ੍ਹਾਂ ਮੇਰੇ ਪੇਟ ਵਿੱਚ। ਕੋਈ ਸਿੱਖ ਸੁਣਦਾ ਪਿਆ ਸੀ ਇਹ ਬਚਨ, ਉਹ ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ, ਸਤਿਗੁਰੂ ਕੌਲ ਰਾਏ ਸੋਢੀ ਜਿਹੜਾ ਤੁਹਾਡੇ ਖਾਨਦਾਨ ਵਿੱਚੋਂ ਹੋਇਆ, ਬੜੀ ਬੰਦਗੀ ਹੈ। ਉਹ ਕਹਿੰਦਾ ਵੀ ਕਪੂਰਿਆ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਤੇਰੀਆਂ ਜੜ੍ਹਾਂ ਮੇਰੇ ਪੇਟ ਵਿੱਚ ਨੇ, ਮਹਾਰਾਜ ਉਹਦੇ ਬਚਾਅ ਵਾਸਤੇ ਬੈਠਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਬਚਨ ਸੁਣ ਕੇ ਹੱਸ ਪਏ, ਕਹਿਣ ਲੱਗੇ ਕੋਈ ਗੱਲ ਨਹੀਂ, ਜਿਹੜੇ ਪੇਟ ਦੇ ਵਿੱਚ ਜੜ੍ਹਾਂ ਨੇ ਨਾ ਪਹਿਲਾਂ ਉਹ ਪੇਟ ਹੀ ਪਾੜਾਂਗੇ, ਪਹਿਲਾਂ ਉਹ ਢਿੱਡ ਪਾੜਾਂਗੇ, ਢਿੱਡ ਦੇ ਵਿੱਚੋਂ ਫਿਰ ਜੜ੍ਹਾਂ ਪੱਟ ਕੇ ਲੈ ਕੇ ਆਵਾਂਗੇ, ਪਰ ਇੱਕ ਪੂਰਾ ਨਹੀਂ ਬਚੇਗਾ, ਇਹ ਫਾਂਸੀ ਲੱਗ ਕੇ ਹੀ ਮਰੇਗਾ। ਮਹਾਰਾਜ ਦੇ ਬਚਨ ਹੋਏ। ਗੁਰਮੁਖੋ ਕੌਲ ਰਾਏ ਸੋਢੀ ਨੇ ਮੇਲਾ ਕਰਵਾਇਆ। ਮੇਲੇ ਦੇ ਵਿੱਚ ਦੋ ਧੜੇ ਇਕੱਠੇ ਹੋ ਗਏ ਜਿਹੜੇ ਆਪਸ ਵਿੱਚ ਦੁਸ਼ਮਣ ਸਨ ਤੇ ਮੇਲੇ ਵਿੱਚ ਉਹ ਲੜ ਪਏ। ਜਦੋਂ ਗੋਲੀ ਚਲਾਈ, ਇੱਕ ਗੋਲੀ ਜਾ ਕੇ ਕੌਲ ਰਾਏ ਸੋਢੀ ਦੇ ਢਿੱਡ ਵਿੱਚ ਵੱਜੀ ਤੇ ਢਿੱਡ ਪਾੜ ਗਿਆ ਤੇ ਆਪ ਮਰ ਗਿਆ। ਕੌਲ ਰਾਏ ਸੋਢੀ ਮਰਿਆ, ਥੋੜ੍ਹੇ ਦਿਨਾਂ ਦੇ ਵਿੱਚ ਹੀ ਕਪੂਰੇ ਨੂੰ ਫਾਂਸੀ ਲਾ ਕੇ ਉਹਨਾਂ ਨੇ ਮਾਰ ਦਿੱਤਾ। ਬਚਨ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਨ, ਦੁਨੀਆ ਦੀ ਕੋਈ ਤਾਕਤ ਨਹੀਂ ਵੀ ਉਹਨਾਂ ਦੇ ਬਚਨਾਂ ਨੂੰ ਕੋਈ ਮੋੜ ਸਕੇ, ਕੋਈ ਝੂਠਾ ਕਹਿ ਸਕੇ, ਜਾਂ ਉਹਨਾਂ ਦੇ ਬਚਨਾਂ ਨੂੰ ਕੋਈ ਕਵੇ ਵੀ ਖਾਲੀ ਚਲੇ ਜਾਣਗੇ। ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ ਹਨ। ਵਿਪਰੈ ਕਹੈ ਸ਼ਕਤ ਕਿਸ ਮਾਹੀ। ਕਿਹੜਾ ਹੈ ਦੁਨੀਆ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਵੀ ਇਹ ਗੱਲ ਹੋਵੇਗੀ ਤੇ ਕੋਈ ਹੈ ਇਹੋ ਜਿਹਾ ਜਿਹੜਾ ਆਖੇ ਵੀ ਨਹੀਂ ਹੋ ਸਕਦੀ ਜਾਂ ਮੈਂ ਨਹੀਂ ਹੋਣ ਦੇਵਾਂਗਾ। ਇੱਥੇ ਤੇ ਕੌਲ ਰਾਏ ਸੋਢੀ ਵਰਗਿਆਂ ਨੇ ਆਖਿਆ ਵੀ ਆਹ ਗੱਲ ਹੋ ਨਹੀਂ ਸਕਦੀ ਹੈ, ਪਰ ਉਹਨਾਂ ਦਾ ਵੀ ਕੋਈ ਜ਼ੋਰ ਨਹੀਂ ਚੱਲਿਆ ਹੈ। ਬੋਲੇ ਸਨਮੁਖ ਅਧਿਕ ਡਰ ਪਾਹੀ। ਕਿਹੜਾ ਸਤਿਗੁਰਾਂ ਦੇ ਸਾਹਮਣੇ ਬੋਲੇ ਜਿਹੜਾ ਵੀ
ਬੋਲਦਾ ਹੈ ਉਹ ਮਨ ਦੇ ਵਿੱਚ ਬਹੁਤ ਭਾਰੀ ਡਰਦਾ ਹੈ। ਕਹਿਬੇ ਕੋ ਤੁਮ ਉਚਿਤ ਵਿਸਾਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਹੜਾ ਬਚਨ ਕਹਿਣਾ ਹੁੰਦਾ, ਜਿਹੜਾ ਬਚਨ ਉਹਨਾਂ ਨੇ ਕਰਨਾ ਹੁੰਦਾ, ਉਹ ਕਹਿਣ ਦੇ ਮਹਾਰਾਜ ਬੜੇ ਯੋਗ ਹਨ। ਉਹ ਸ਼ਰਾਪ ਭਾਰ ਇਸੇ ਕੁਢਾਲੇ। ਪਰ ਸਤਿਗੁਰਾਂ ਨੇ ਇਹ ਜਿਹੜਾ ਸ਼ਰਾਪ ਦਿੱਤਾ ਹੈ ਨਾ, ਇਹ ਨਹੀਂ ਸੀ ਦੇਣਾ ਚਾਹੀਦਾ। ਹੁਣ ਮਸੰਦ ਫਿਰ ਗੱਲ ਕਰਦੇ ਮਾਤਾ ਜੀ, ਸਤਿਗੁਰੂ ਬੜਾ ਕਰੜਾ ਸੁਭਾਅ ਰੱਖਦੇ, ਜਿਹੜੀ ਗੱਲ ਕਹਿ ਦਿੰਦੇ ਉਹਦੇ ਉੱਪਰ ਹੀ ਖੜ ਜਾਂਦੇ, ਫਿਰ ਬਚਨਾਂ ਨੂੰ ਵਾਪਸ ਨਹੀਂ ਲੈਂਦੇ। ਚਲੋ ਇਹ ਤੇ ਸੁਭਾਅ ਹੋਇਆ ਕਰਦਾ ਹੈ, ਪਰ ਜਿਹੜਾ ਸ਼ਰਾਪ ਦੇ ਦਿੱਤਾ ਨਾ ਵੀ ਤੁਸੀਂ ਪਰਿਵਾਰ ਵੀ ਭੁੱਖਾ ਰਹੇਗਾ, ਸਿੱਖ ਵੀ ਭੁੱਖੇ ਰਹਿਣਗੇ ਤੇ ਅਨੰਦਪੁਰ ਸਾਹਿਬ ਵੀ ਮੁਗਲਾਂ ਦੇ ਲੁੱਟ ਕੇ ਲਿਜਾਣਾ ਹੈ, ਇਹ ਬਚਨ ਮਹਾਰਾਜ ਨੂੰ ਨਹੀਂ ਸੀ ਕਹਿਣਾ ਚਾਹੀਦਾ। ਇਹ ਮਸੰਦ ਕਹਿੰਦੇ ਪਏ ਮਾਤਾ ਗੁਜਰੀ ਜੀਆਂ ਨੂੰ। ਹੁਣ ਮਾਤਾ ਗੁਜਰੀ ਜੀ ਅੱਗੋਂ ਕੀ ਜਵਾਬ ਦੇਣਗੇ ਔਰ ਸਤਿਗੁਰੂ ਕੀ ਕੌਤਕ ਵਰਤਾਉਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤ ਹੈ ਨਾ ਛੁਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੱਲ੍ਹ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਜੋ ਕੈਂਪ ਹੈ ਉਹ ਲੱਗ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਲਾਹਾ ਪ੍ਰਾਪਤ ਕਰਨਾ ਹੋਵੇ ਉਹ ਗੁਰੂ ਘਰ ਵਿਖੇ ਪਹੁੰਚ ਕੇ ਇਸ ਕੈਂਪ ਦਾ ਆਪ ਸੰਗਤਾਂ ਲਾਹਾ ਪ੍ਰਾਪਤ ਕਰ ਸਕਦੇ ਹੋ।